ਸਾਂਝਾ ਮੰਚ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਜੋ ਸਾਡੀ ਗੱਲਬਾਤ ਹੋ ਰਹੀ ਆ ਬਹੁਤ ਵਿਸ਼ੇਸ਼ ਆ, ਕਿਉਂਕਿ ਅਸੀਂ ਅੱਜ ਇੱਕ ਸ਼ਹੀਦੀ ਪੰਦਰਵਾੜੇ ਦੇ ਵਿੱਚੋਂ ਗੁਜ਼ਰ ਰਹੇ ਹਾਂ। ਅੱਜ ਦੀ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਕਵਿਤਾ ਬੋਲਣੀ ਚਾਹੂੰਗਾ, ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ। ਠੰਡੀ ਰੁੱਤ ਜਦ ਆਪਣੇ ਸਿਖਰਾਂ 'ਤੇ ਆਉਂਦੀ ਹੈ, ਧੁੱਪ ਵੀ ਠਰਨ ਲੱਗਦੀ ਹੈ, ਧੁੰਦ ਘੇਰਾ ਜਿਹਾ ਪਾਉਂਦੀ ਹੈ, ਧਰਤੀ ਪੰਜ ਦਰਿਆਵਾਂ ਦੀ ਇੱਕ ਕਿੱਸਾ ਸੁਣਾਉਂਦੀ ਹੈ, ਸਬਰ ਦੇ ਗੀਤ ਗਾਉਂਦੀ ਹੈ, ਸਿਦਕ ਨੂੰ ਸਿਰ ਨਿਵਾਉਂਦੀ ਹੈ। ਤਾਂ ਇਸ ਮੌਸਮ ਦੇ ਵਿੱਚ ਇਹ ਧਰਤੀ ਪੰਜ ਦਰਿਆਵਾਂ ਦੀ ਇੱਕ ਕਿੱਸਾ ਸੁਣਾਉਂਦੀ ਹੈ। ਇੱਕ ਇਹਨਾਂ ਦਿਨਾਂ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਇੱਕ ਬਹੁਤ ਦੁਨੀਆ ਦੇ ਵਿੱਚ ਜਿਹੜਾ ਕਿਤੇ ਸ਼ਾਇਦ ਹੋਇਆ ਹੀ ਨਹੀਂ ਸੀਗਾ, ਉਸ ਲੈਵਲ ਦਾ ਜ਼ੁਲਮ ਹੋਇਆ ਸੀਗਾ। ਤਾਂ ਬਹੁਤ ਬੜਾ ਸਾਕਾ ਸੀਗਾ ਜਿਹੜਾ ਇੱਕ ਛੋਟੀਆਂ ਜਿੰਦਾਂ ਨੇ ਕਰਕੇ ਦਿਖਾਇਆ ਸੀਗਾ। ਤਾਂ ਉਸੇ ਘਟਨਾ ਚੱਕਰ 'ਤੇ ਅਸੀਂ ਗੱਲ ਕਰਨ ਲਈ ਸਾਡੇ ਦਰਮਿਆਨ ਨੇ ਅਮਨ ਆਜ਼ਾਦ ਜੀ। ਅਮਨ ਜੀ, ਬਹੁਤ ਸਵਾਗਤ ਤੁਹਾਡਾ ਜੀ। ਧੰਨਵਾਦ ਜੀ। ਅਮਨ ਜੀ, ਇੱਕ ਇਹ ਪੂਰਾ ਪੰਦਰਵਾੜਾ ਜਿਹੜਾ ਇਹ ਇੱਕ ਸ਼ਹੀਦੀਆਂ ਦਾ ਦੌਰ ਰਹਿੰਦਾ ਇਹਦੇ 'ਚ ਜੀ। ਜਿਹਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਨੇ, ਕਈ ਇਤਿਹਾਸਕ ਮੋੜ ਆਉਂਦੇ ਨੇ। ਪਰ ਆਪਾਂ ਜਿਹੜੇ ਮੇਨ ਅੱਜ ਜਿਸ ਉੱਤੇ ਗੱਲ ਕਰ ਰਹੇ ਆਪਾਂ ਸਾਖਾ ਸਰਹੰਦ ਬਾਰੇ ਗੱਲ ਕਰ ਰਹੇ। ਜੀ। ਅਸੀਂ ਆਮ ਤੌਰ 'ਤੇ ਇਹਨੂੰ ਫਿਲਮਾਂ ਵਗੈਰਾ ਦੇ ਵਿੱਚ, ਕਹਾਣੀਆਂ ਦੇ ਵਿੱਚ, ਕਿੱਸਿਆਂ ਦੇ ਵਿੱਚ ਪੜ੍ਹਦੇ ਆਉਂਦੇ ਹਾਂ। ਜੀ। ਪਰ ਅੱਜ ਆਪਾਂ ਇਸ ਦਾ ਯਥਾਰਥ ਪੱਖ ਕੀ ਆ, ਹਾਂਜੀ। ਕਿਉਂਕਿ ਸ਼ਾਇਦ ਉਹ ਉਤੋਂ ਵੀ ਕਿਤੇ ਜ਼ਿਆਦਾ ਗੰਭੀਰ ਹੋ ਜਾਂਦਾ ਜਿਹੜਾ ਅਸੀਂ ਆਮ ਦੇਖਦੇ ਹਾਂ। ਜੀ। ਤਾਂ ਅਮਨ ਜੀ, ਪਹਿਲਾਂ ਤਾਂ ਇਹ ਪੁੱਛਣਾ ਚਾਹੂੰਗਾ ਕਿ ਤੁਸੀਂ ਇਸ ਜਿਹੜਾ ਹੈਗਾ ਇਹ ਸਾਕਾ ਹੋਇਆ ਸੀ, ਇਹਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ, ਇਹ ਸਾਕਾ ਤਾਂ ਪ੍ਰਚਲਿਤ ਹੈ। ਅਸੀਂ ਅਕਸਰ ਗੱਲ ਕਰਦੇ ਹਾਂ ਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ। ਜੀ। ਇਸ ਨਾਲ ਦੀ ਦੁਨੀਆ ਤੇ ਕੋਈ ਮਿਸਾਲ ਨਹੀਂ ਮਿਲਦੀ। ਜੀ। ਜੇ ਗੱਲ ਕਰ ਲਈਏ ਕਿ ਛੋਟੀ ਤੋਂ ਛੋਟੀ ਉਮਰ ਦੇ, ਜੀ, ਜਵਾਨ ਉਮਰ ਦੇ, ਬਜ਼ੁਰਗ, ਔਰਤਾਂ, ਬੀਬੀਆਂ, ਮਾਈਆਂ, ਭੈਣਾਂ, ਗੱਲ ਕੀ ਸਮਾਜ ਦਾ ਐਸਾ ਕਿਹੜਾ ਵਰਗ ਹੈ, ਪਰਿਵਾਰ ਦਾ ਐਸਾ ਕਿਹੜਾ ਜੀਅ ਹੈ ਜਿਸ ਦੀ ਕਿ ਇਸ ਸੰਘਰਸ਼ ਵਿੱਚ ਕੁਰਬਾਨੀ ਨਹੀਂ ਹੋਈ। ਜੀ। ਇਹ ਸ਼ਹੀਦੀ ਪੰਦਰਵਾੜੇ ਦੀ ਆਪਾਂ ਗੱਲ ਕਰਦੇ ਹਾਂ, ਮੈਂ ਇਹਨੂੰ ਇੱਦਾਂ ਦੇਖਦਾ ਵੀ ਇਹ ਉੱਦਾਂ ਦਾ ਸਮਾਂ ਹੁੰਦਾ ਹੈ ਜਿਹੜਾ ਸਾਨੂੰ ਬਹੁਤ ਬਲ ਦਿੰਦਾ ਹੈ। ਜੀ। ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਚੁਣੌਤੀਆਂ ਭਾਵੇਂ ਜਿੱਡੀਆਂ ਮਰਜ਼ੀ ਵੱਡੀਆਂ ਹੋਣ, ਉਹਨਾਂ ਦਾ ਸਾਹਮਣਾ ਕਰਦੇ ਹੋਏ ਅਸੀਂ ਅਡੋਲ ਕਿਵੇਂ ਰਹਿਣਾ, ਜੀ, ਅਤੇ ਜੋ ਸਾਡਾ ਜ਼ਿੰਦਗੀ ਦਾ ਨਿਸ਼ਾਨਾ ਹੈ ਅਸੀਂ ਉਹਨੂੰ ਹਾਸਿਲ ਕਿਵੇਂ ਕਰਨਾ। ਅਤੇ ਮੈਂ ਇਹਨੂੰ ਇੱਦਾਂ ਦੇਖਦਾ। ਅੱਛਾ ਯਾਰ ਜੀ, ਬੜੀ ਗੱਲ ਆ। ਆਪਾਂ ਸਹਿਮਤ ਹਾਂ ਕਿ ਇਸ ਸਮੇਂ ਦੌਰਾਨ ਇੱਕ ਆਮ ਬੰਦੇ ਦਾ ਵੀ ਵਰਤਾਅ ਦੇ ਵਿੱਚ ਚੇਂਜ ਆ ਜਾਂਦਾ, ਹਾਂਜੀ। ਇੱਕ ਦਰਦ ਨੂੰ ਮਹਿਸੂਸ ਕਰਦਾ। ਜੀ। ਪਰ ਆਪਣੇ ਕੋਲ ਇਹ ਜਿਹੜਾ ਸਾਕਾ ਆਉਂਦਾ ਕਈ ਕਹਾਣੀਆਂ ਜਾਂ ਫਿਲਮਾਂ ਵਗੈਰਾ ਦੇ ਵਿੱਚ ਆਉਂਦਾ, ਹਾਂਜੀ। ਪਰ ਜਿਹੜੇ ਇਤਿਹਾਸਕ ਸਰੋਤ ਜੋ ਇਸ ਸਾਕੇ ਦੇ ਬਹੁਤ ਜ਼ਿਆਦਾ ਕਰੀਬ ਨੇ ਜਾਂ ਬਹੁਤ ਜ਼ਿਆਦਾ ਸਟੀਕ ਨੇ, ਹਾਂਜੀ। ਉਹ ਕਿਹੜੇ ਸੀਗੇ? ਜੀ। ਦੇਖੋ ਜੀ, ਇਤਿਹਾਸਕ ਸਰੋਤ ਉਹਦੇ 'ਤੇ ਹੀ ਯਕੀਨ ਕਰਨਾ ਬਣਦਾ ਹੈ ਜੇ ਸਾਨੂੰ ਕੋਈ ਸਮਕਾਲੀ ਲੇਖਕ ਜਾਂ ਕੋਈ ਕਵੀ ਦਾ ਲਿਖਿਆ ਹੋਇਆ ਸਾਨੂੰ ਮਿਲ ਜਾਵੇ। ਤਾਂ ਇਸ ਦੇ ਸੰਬੰਧ ਵਿੱਚ ਜੋ ਸਾਡੇ ਤੱਕ ਪਹੁੰਚਦਾ ਹੈ ਉਹ ਕਥਾਵਾਚਕਾਂ ਰਾਹੀਂ, ਰਾਗੀਆਂ ਰਾਹੀਂ, ਢਾਡੀ ਸਿੰਘਾਂ ਰਾਹੀਂ, ਜੋ ਕਿ ਆਪਣੀ ਵਾਰਾਂ ਦੇ ਵਿੱਚ, ਆਪਣੀਆਂ ਕਥਾਵਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕਰਦੇ ਨੇ। ਅਤੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਜੀ। ਪਰ ਮੈਂ ਸਮਝਦਾ ਕਿ ਜੇ ਕੋਈ ਸਮਕਾਲੀ ਸਰੋਤ ਮਿਲ ਜੇ, ਬ੍ਰਿਜ ਭਾਸ਼ਾ ਦੇ ਵਿੱਚ ਇੱਕ ਕਿਤਾਬ ਹੈ ਜੀ, ਜੀ, ਕਥਾ ਗੁਰੂ ਕੇ ਸੂਤਨ ਕੀ। ਜੀ। ਇਹਦੇ ਜੋ ਲੇਖਕ ਨੇ, ਜੋ ਕਵੀ ਨੇ, ਉਹ ਕਹੇ ਜਾਂਦੇ ਨੇ ਹੰਡੂਰੀਆ ਜੀ। ਜੀ। ਤਾਂ ਹੰਡੂਰੀਆ ਜੀ, ਜਿਨ੍ਹਾਂ ਨੂੰ ਕਿ ਗੁਰੂ ਪਾਤਸ਼ਾਹ ਵੱਲੋਂ ਇਹ ਹੁਕਮ ਸੀ ਕਿ ਸਾਡੇ ਕੋਲ ਲੜਨ ਵਾਲੇ ਯੋਧੇ ਤੇ ਹੈਗੇ ਨੇ, ਪਰ ਤੁਸੀਂ ਦੂਰ ਰਹਿ ਕੇ ਇਹ ਚੀਜ਼, ਇਹਨਾਂ ਘਟਨਾਵਾਂ ਨੂੰ ਦੇਖਣਾ ਅਤੇ ਇਹਨਾਂ ਨੂੰ ਲਿਖਣਾ। ਜੀ। ਅਤੇ ਇਸ ਕਰਕੇ ਉਹਨਾਂ ਦਾ ਜਿਹੜਾ ਲਿਖਿਆ ਸਾਡੇ ਕੋਲ ਹੈ ਕਿਤਾਬ ਦੇ ਰੂਪ ਦੇ ਵਿੱਚ। ਜੀ। ਮੈਨੂੰ ਲੱਗਦਾ ਵੀ ਜੇ ਅਸੀਂ ਉਸ ਨੂੰ ਪੜ੍ਹੀਏ, ਵਿਚਾਰੀਏ, ਤਾਂ ਸਾਨੂੰ ਯਥਾਰਥ ਬਾਰੇ ਜਾਣਕਾਰੀ ਮਿਲ ਸਕਦੀ ਹੈ। ਜੀ। ਜਿਹੜਾ ਇਹ ਸਰੋਤ ਆ, ਇਹ ਸਰੋਤ ਹੋਰ
ਆਮ ਸਰੋਤਾਂ ਤੋਂ ਕਿਵੇਂ ਵੱਖ ਗੱਲ ਕਰ ਰਹੇ? ਇਹ ਆਮ ਸਰੋਤਾਂ ਤੋਂ ਐਦਾਂ ਵੱਖ ਹੈ ਜੀ ਕਿ ਜਿਹੜੇ ਹੰਡੂਰੀਆ ਜੀ ਨੇ, ਇਹ ਉਸ ਸਮੇਂ ਦੱਸਿਆ ਜਾਂਦਾ ਹੈ ਕਿ ਹਾਜ਼ਰ ਸੀ ਨਾਲ ਮਾਤਾ ਗੁਜਰੀ ਜੀ ਦੇ ਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ। ਜੀ ਜਦੋਂ ਪਰਿਵਾਰ ਵਿਛੜਦਾ ਹੈ, ਜੀ ਤਾਂ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਤੇ ਨਾਲ ਇਹ ਹੰਡੂਰੀਆ ਜੀ ਵੀ ਸੀ। ਤਾਂ ਹੰਡੂਰੀਆ ਜੀ ਨੇ ਉਹ ਸਮਾਂ ਦੇਖਿਆ ਤੇ ਉਹਨਾਂ ਨੇ ਉਹਨੂੰ ਆਪਣੀ ਕਿਤਾਬ ਦੇ ਵਿੱਚ ਅੰਕਿਤ ਕੀਤਾ ਹੈ। ਉਹਦੇ ਵਿੱਚੋਂ ਮੈਂ ਇੱਕ ਵੇਰਵਾ ਲੈ ਕੇ ਆਪਣੀ ਗੱਲ ਕਰਦਾ ਕਿ ਪ੍ਰਚਲਿਤ ਇਹ ਹੈ ਕਿ ਜਦੋਂ ਪਰਿਵਾਰ ਵਿਛੜਦਾ ਹੈ ਤਾਂ ਗੁਰੂ ਘਰ ਦੇ ਰਸੋਈਏ ਗੰਗੂ ਦੇ ਨਾਲ ਜੀ ਜੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਉਹਨਾਂ ਦੇ ਪਿੰਡ ਸਹੇੜੀ ਚਲੇ ਜਾਂਦੇ ਆ। ਜੀ ਤੇ ਇਹ ਕਿਹਾ ਜਾਂਦਾ ਹੈ ਕਿ ਉੱਥੇ ਮੋਹਰਾਂ ਨੂੰ ਦੇਖ ਕੇ ਲਾਲਚ ਵਿੱਚ ਆ ਕੇ ਜਦੋਂ ਗੰਗੂ ਮੋਹਰਾਂ ਚੋਰੀ ਕਰ ਲੈਂਦੇ ਨੇ, ਮਾਤਾ ਜੀ ਅਗਲੇ ਦਿਨ ਪੁੱਛਦੇ ਨੇ ਤੇ ਉਸ ਪੁੱਛਗਿੱਛ ਤੋਂ ਘਬਰਾ ਕੇ ਉਹ ਕੋਤਵਾਲੀ ਦੇ ਵਿੱਚ ਇਤਲਾਹ ਕਰ ਦਿੰਦੇ ਨੇ। ਜੀ ਉੱਥੋਂ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਦੇ ਨਾਲ ਗ੍ਰਿਫਤਾਰ ਕਰਕੇ ਤੋਰ ਕੇ ਸਰਹੰਦ ਲਿਆਇਆ ਜਾਂਦਾ। ਜਿਵੇਂ ਇਹ ਤਾਂ ਆਮ ਇਹ ਇੱਕ ਪ੍ਰਚਲਿਤ ਸਰੋਤਾਂ ਤੋਂ ਸਰੋਤ ਮਿਲਦਾ ਹੈ, ਹੈ। ਇਹ ਠੀਕ ਹੈ, ਪ੍ਰਚਲਿਤ ਠੀਕ ਹੈ। ਸਰੋਤ ਹੈ। ਪਰ ਜਿਹੜੇ ਸਮਕਾਲੀ ਲੇਖਕ ਨੇ ਉਹ ਕਹਿੰਦੇ ਨੇ ਕਿ ਮਾਤਾ ਜੀ ਨੂੰ ਸਹੇੜੀ ਪਿੰਡ ਲਿਆਉਣ ਵਾਲੇ ਜੀ ਗੰਗੂ ਨਹੀਂ ਸੀ, ਜੀ ਉਹ ਦੋ ਮਸੰਦ ਸੀ ਜੀ। ਜਿਨ੍ਹਾਂ ਦਾ ਨਾਮ ਧੁੰਮਾ ਤੇ ਦਰਬਾਰੀ ਕਿਹਾ ਜਾਂਦਾ। ਜੀ ਇਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਦਰਬਾਰ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਜੀ ਇਹਨਾਂ ਨੂੰ ਪਤਾ ਲੱਗਦਾ ਕਿ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੁੰਮਾ ਮਾਸ਼ਕੀ ਦੇ ਘਰ ਠਹਿਰੇ ਨੇ, ਜਿੱਥੇ ਕਿ ਉਹਨਾਂ ਦੀ ਰੋਟੀ ਪਾਣੀ ਦੀ ਸੇਵਾ ਇੱਕ ਲక్ష్ਮੀ ਨਾਮ ਦੀ ਔਰਤ ਕਰ ਰਹੀ ਹੈ। ਜੀ ਤੇ ਉਹ ਕੁੰਮਾ ਮਾਸ਼ਕੀ ਦੇ ਘਰੋਂ ਸਹੇੜੀ ਲੈ ਆਉਂਦੇ ਨੇ ਦੋਵੇਂ। ਜੀ ਤੇ ਇਹ ਜੋ ਮੋਹਰਾਂ ਦੀ ਚੋਰੀ ਦੀ ਘਟਨਾ ਹੈ ਜਾਂ ਇਹਨਾਂ ਦੀ ਜੋ ਸੂਬਾ ਸਰਹੰਦ ਨੂੰ ਇਤਲਾਹ ਦੀ ਜਿਹੜੀ ਘਟਨਾ ਹੈ, ਉਹ ਕਵੀ ਲਿਖਦੇ ਨੇ, ਹੰਡੂਰੀਆ ਜੀ ਲਿਖਦੇ ਨੇ ਕਿ ਇਹ ਗੰਗੂ ਨੇ ਨਹੀਂ, ਜੀ ਇਹ ਇਹਨਾਂ ਦੋ ਜੋ ਮਸੰਦ ਨੇ ਇਹਨਾਂ ਦੁਆਰਾ ਕੀਤੀ ਗਈ ਸੀ। ਜੀ ਸੋ ਇੱਥੋਂ ਸਾਨੂੰ ਉਹ ਗੱਲ ਦਾ ਪਤਾ ਲੱਗਦਾ ਜੋ ਕਿ ਅਸੀਂ ਕਥਾਵਾਂ ਦੇ ਵਿੱਚ ਨਹੀਂ ਸੁਣਦੇ ਜੀ। ਕਾਫੀ ਵੱਡੀ ਗੱਲ ਹੈ ਕਿ ਇਹ ਸ਼ਾਇਦ ਇਹ ਹੋ ਸਕਦਾ ਕਿ ਉਹ ਕਿਰਦਾਰ ਨੂੰ ਬਾਅਦ ਚ ਕਢਿਆ ਗਿਆ ਹੋਵੇ, ਇਹ ਹੋ ਸਕਦਾ ਫਿਰ। ਇਹ ਸੰਭਾਵਨਾ ਹੈ ਜੀ। ਦੇਖੋ, ਕਈ ਵਾਰੀ ਐਦਾਂ ਹੁੰਦਾ ਹੈ ਕਿ ਕਰਤੂਤ ਕੋਈ ਹੋਰ ਕਰ ਜਾਂਦਾ ਹੈ, ਪਰ ਉਹ ਨਾਮ ਕਿਸੇ ਹੋਰ ਦਾ ਵੀ ਲੱਗ ਜਾਂਦਾ। ਇਹਦੇ ਤੇ ਖੋਜ ਕਰਨੀ ਬਣਦੀ ਹੈ ਜੀ। ਇਹਦੇ ਵਿੱਚ ਹੋਰ ਕੋਈ ਤਰਕ ਹੋ ਸਕਦਾ ਵੀ ਇੱਕ ਗੰਗੂ ਨੂੰ ਜਾਣਬੁੱਝ ਕੇ ਕਢਾਇਆ ਜਾ ਸਕਦਾ? ਇਹ ਬਾਰੇ ਕੋਈ ਹੋਰ ਵੀ ਗੱਲ ਹੁੰਦੀ ਹੈ ਕਿ ਇੱਕੋ ਹੀ ਇਹ ਸਰੋਤ ਆਪਣੇ ਕੋਲ? ਹਾਂ, ਦੇਖੋ, ਜਿਸ ਸਰੋਤ ਦੀ ਆਪਾਂ ਗੱਲ ਕਰ ਰਹੇ ਹਾਂ, ਜਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਉਹ ਤੋਂ ਬਾਅਦ ਗੰਗੂ ਦਾ ਅੱਗੇ ਕੀ ਬਣਿਆ, ਉਹਦੇ ਬਾਰੇ ਕੋਈ ਸਰੋਤ ਵਗੈਰਾ ਮਿਲਦਾ ਹੋਵੇ ਜੀ। ਉਹਦੇ ਬਾਰੇ ਐਦਾਂ ਹੈ ਕਿ ਜਦੋਂ ਨਾ ਅਸੀਂ ਇਤਿਹਾਸ ਨੂੰ ਅੱਗੇ ਜਾ ਕੇ ਦੇਖਦੇ ਹਾਂ ਜੀ ਕਿ ਇਹ ਜਦੋਂ ਸਾਰਾ ਸਾਕਾ ਵਰਤ ਜਾਂਦਾ ਹੈ, ਜੀ ਉਸ ਤੋਂ ਬਾਅਦ ਜਦੋਂ ਨੰਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਚੱਲਦੇ ਨੇ ਜੀ ਤੇ ਉਹ ਆ ਕੇ ਜਦੋਂ ਸਰਹੰਦ ਪਹੁੰਚਦੇ ਨੇ, ਜੀ ਤਾਂ ਉਹ ਲੋਕ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਤੇ ਜ਼ੁਲਮ ਢਾਇਆ, ਜੀ ਉਹ ਉਸ ਇਕੱਲੇ ਪਾਤਰ ਨੂੰ ਲੱਭ ਕੇ ਜੋ ਉਹਦੀ ਬਣਦੀ ਸਜ਼ਾ ਉਹ ਭੁਗਤਾਉਂਦੇ ਨੇ। ਚਾਹੇ ਉਹਦੇ ਵਿੱਚ ਸੁੱਚਾ ਆਨੰਦ ਹੋਵੇ, ਜੀ ਠੀਕ ਹੈ, ਚਾਹੇ ਉਹਦੇ ਵਿੱਚ ਦੋ ਜਲਾਦ ਹੋਣ, ਜੀ ਤੇ ਚਾਹੇ ਕੋਈ ਹੋਰ ਬੰਦਾ ਜਿਹਨੇ ਕਿਸੇ ਵੀ ਤਰ੍ਹਾਂ ਦੀ ਇੱਦਾਂ ਦੀ ਸੂਹ ਦਿੱਤੀ ਹੈ, ਠੀਕ ਆ, ਉਹ ਸਾਰਿਆਂ ਦੇ ਨਾਲ ਉੱਦਾਂ ਹੀ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਦਿੱਤੀ ਗਈ ਹੈ। ਪਰ ਜੇ ਇਤਲਾਹ ਦੇਣ ਵਾਲੇ ਜੀ ਜਿਨ੍ਹਾਂ ਦਾ ਗੰਗੂ ਰਸੋਈਆ, ਜੀ ਜੇ ਉਹਨਾਂ ਦਾ ਵੀ ਕੁਝ ਐਦਾਂ ਦਾ ਮਤਲਬ ਉਹਨਾਂ ਦੇ ਸਾਹਮਣੇ ਆਉਂਦਾ, ਤਾਂ ਕੋਈ ਨਾ ਕੋਈ ਐਸੀ ਸਜ਼ਾ, ਜੀ ਕੋਈ ਨਾ ਕੋਈ ਐਸਾ ਕਹਿ ਲਓ ਵੀ ਉਹਨਾਂ ਬਾਰੇ ਕਿਤੇ ਨਾ ਕਿਤੇ ਜ਼ਿਕਰ ਹੋਇਆ ਹੁੰਦਾ ਜੋ ਕਿ ਅਜੇ ਖੋਜ ਵਿੱਚ ਨਹੀਂ ਆਇਆ। ਇਹਦੇ ਤੇ ਖੋਜ ਕਰਨੀ ਬਣਦੀ ਹੈ। ਜੀ ਉਹਦੇ ਵਿੱਚ ਇਹ ਹੈ ਕਿ ਅੱਗੇ ਵੀ ਕੋਈ ਉਹਦਾ ਸਰੋਤ ਨਹੀਂ ਮਿਲ ਰਿਹਾ। ਹਾਂਜੀ, ਇੰਨਾ ਕਿ ਜਿਵੇਂ ਅਸੀਂ ਜਿਵੇਂ ਫਿਲਮਾਂ ਰਾਹੀਂ ਜਾਂ ਅਸੀਂ ਹੋਰ ਰਾਹੀਂ ਦੇਖਦੇ ਹਾਂ ਕਿ ਇਹ ਕਿਹਾ ਜਾਂਦਾ ਕਿ ਗੰਗੂ ਇਸ ਸਦਮਾ ਨਾ ਸਹਾਰਦਾ ਹੋਇਆ, ਜਾਂ ਜਦੋਂ ਇੱਕ ਨਫ਼ਰਤ ਦੇ ਪਾਤਰ ਦੇ ਤੌਰ ਤੇ ਉਹਨੂੰ ਜਾਣਿਆ ਜਾਣ ਲੱਗਿਆ ਤੇ ਉਹ ਪਾਗਲ ਹੋ ਗਿਆ, ਠੀਕ ਹੈ, ਤੇ ਜਾਂ ਕਹਿ ਲਓ ਵੀ ਇੱਦਾਂ ਹੀ ਘੁੰਮਦਾ ਫਿਰਦਾ ਉਹ ਮੌਤ ਦੇ ਮੂੰਹ 'ਚ ਜਾ ਪਿਆ। ਇੱਦਾਂ ਦਾ ਫਿਲਮਾਂ ਦੇ ਵਿੱਚ ਦਿਖਾਇਆ ਗਿਆ, ਪਰ ਇਹ ਕੋਈ ਪੁਖਤਾ ਸਰੋਤ ਨਹੀਂ ਹੈ, ਕਿਉਂਕਿ ਜਿਹੜੇ ਸਮਕਾਲੀ ਕਵੀ ਹੋਏ ਨੇ ਹੰਡੂਰੀਆ ਜੀ, ਉਹਨਾਂ ਨੇ ਇਹਨਾਂ ਬਾਰੇ ਇੱਦਾਂ ਦਾ ਕੋਈ ਜ਼ਿਕਰ ਉਹਦੇ 'ਚ ਨਹੀਂ ਕੀਤਾ। ਉਹਨਾਂ ਨੇ ਜਿਹੜੇ ਪਾਤਰਾਂ ਦਾ ਜ਼ਿਕਰ ਕੀਤਾ ਉਹਨਾਂ ਦੇ ਉੱਤੇ ਵੀ ਖੋਜ ਕਰਨੀ ਬਣਦੀ ਹੈ। ਗੰਗੂ ਦਾ ਨਾਮ ਇਹਦੇ ਵਿੱਚ ਕਿਵੇਂ ਆਇਆ, ਇਹਦੇ ਤੇ ਵੀ ਖੋਜ ਕਰਨੀ ਬਣਦੀ ਹੈ, ਖੋਜ ਦਾ ਵਿਸ਼ਾ ਜੀ ਅੱਛਾ ਜੀ, ਇਹ ਤਾਂ ਹੋਇਆ ਕਿ ਇੱਕ ਗੰਗੂ ਬਾਰੇ ਇੱਕ ਇਹਦੇ 'ਚ ਵੱਖ ਹੋ ਗਈਆਂ ਚੀਜ਼ਾਂ ਜੀ। ਤੇ ਜਿਹੜੇ ਵਰਤਾਰੇ ਅੱਗੇ ਹੁੰਦੇ ਨੇ ਸਾਹਿਬਜ਼ਾਦਿਆਂ ਨਾਲ, ਹਾਂਜੀ, ਉਹਨਾਂ ਦੇ ਵਿੱਚ ਕੀ ਫਰਕ ਸੀਗਾ ਆਮ ਸਰੋਤਾਂ ਨੂੰ?
ਆਮ ਸਰੋਤਾਂ ਦੇ ਵਿੱਚ ਜੀ ਇਹ ਕਿਹਾ ਜਾਂਦਾ ਹੈ ਕਿ ਮਾਤਾ ਗੁਜਰੀ ਜੀ ਦੇ ਨਾਲ ਬੱਚਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ, ਜਿਸ ਦੇ ਨੀਚੇ ਇੱਕ ਨਦੀ ਵਗਦੀ ਹੈ ਜੋ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਵੀ ਠੰਡ ਦਾ ਅਹਿਸਾਸ ਕਰਾਉਂਦੀ ਹੈ। ਤੇ ਇਹ ਪੋਹ ਦੇ ਮਹੀਨੇ ਵਿੱਚ ਤਾਂ ਦੇਖੋ ਉੱਥੇ ਕਿੰਨੀ ਠੰਡ ਹੁੰਦੀ ਹੋਏਗੀ, ਇਹ ਤਾਂ ਉਹਦੇ ਵਿੱਚ ਵੀ ਜ਼ਿਕਰ ਹੈਗਾ। ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਪਹਿਲੇ 2 ਦਿਨ ਤਾਂ ਉਹਨਾਂ ਨੂੰ ਬਿਨਾਂ ਕਿਸੇ ਗਰਮ ਕੱਪੜੇ ਤੋਂ, ਬਿਨਾਂ ਕਿਸੇ ਰਾਸ਼ਨ ਤੋਂ, ਖਾਣੇ ਤੋਂ ਭੁੱਖੇ ਰੱਖਿਆ ਗਿਆ। ਦੇਖੋ ਅਸੀਂ ਸਾਰੇ ਜਾਣਦੇ ਹਾਂ ਕਿ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਹੋਣ, ਇਹਨਾਂ ਨੂੰ ਸਭ ਕੁਝ ਜ਼ਿਆਦਾ ਮਹਿਸੂਸ ਹੁੰਦਾ, ਚਾਹੇ ਠੰਡ ਹੋਵੇ ਚਾਹੇ ਭੁੱਖ ਹੋਵੇ। ਤੇ ਮਤਲਬ 2 ਦਿਨ ਤਾਂ ਇਹਨਾਂ ਦੇ ਉੱਤੇ ਇਹੀ ਤੁਸੀਂ ਕਹਿ ਲਓ ਵੀ ਮਾਨਸਿਕ ਤੌਰ ਤੇ ਤਸ਼ੱਦਦ ਕੀਤਾ ਗਿਆ, ਠੰਡ ਦੇ ਵਿੱਚ ਰੱਖਣਾ ਤੇ ਭੁੱਖੇ ਰੱਖਣਾ। ਜੀ ਤੇ 2 ਦਿਨ ਬਾਅਦ ਕਹਿੰਦੇ ਉਹਨਾਂ ਨੂੰ ਕਚਹਿਰੀ ਵਿੱਚ ਲਿਜਾਇਆ ਜਾਂਦਾ, ਜੀ ਜਿੱਥੇ ਪਹਿਲਾਂ ਉਹਨਾਂ ਨੂੰ ਬੱਚੇ ਸਮਝ ਕੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਆ, ਜੀ ਹਨਾ। ਜਿਵੇਂ ਆਪਾਂ ਸਮਝਦੇ ਕਿ ਬੱਚੇ ਤਾਂ ਕਿਸੇ ਖਾਣ ਪੀਣ ਦੀ ਚੀਜ਼ ਤੋਂ ਹੀ ਉਹ ਕਹਿ ਲਓ ਵੀ ਪ੍ਰਭਾਵਿਤ ਹੋ ਜਾਂਦੇ ਆ ਤੇ ਗੱਲ ਮੰਨਣ ਨੂੰ ਤਿਆਰ ਹੋ ਜਾਂਦੇ ਆ। ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਨਹੀਂ, ਇਹ ਬੱਚਿਆਂ ਨੂੰ ਕਿਸੇ ਲਾਲਚ ਦੇ ਨਾਲ ਆਪਣੀ ਗੱਲ ਨਹੀਂ ਮਨਵਾਈ ਜਾ ਸਕਦੀ, ਤਾਂ ਇਹ ਸਰੋਤ ਇਹ ਕਹਿੰਦਾ ਹੈ ਕਿ ਉਹਨਾਂ ਨੇ ਬੱਚਿਆਂ ਨੂੰ ਕਹਿ ਲਓ ਵੀ ਸਰੀਰਕ ਤੌਰ ਤੇ ਵੀ ਤਸ਼ੱਦਦ ਦਿੱਤਾ, ਜਿਹਦੇ ਵਿੱਚ ਕਿ ਜ਼ਿਕਰ ਹੈ ਕਿ ਇੱਕ ਤੂਤ ਦੀ ਛਟੀ ਦੇ ਨਾਲ ਬੱਚਿਆਂ ਨੂੰ ਮਾਰਿਆ ਗਿਆ, ਕੁੱਟਿਆ ਗਿਆ, ਜੀ ਕਿ ਬੱਚਿਆਂ ਦੇ ਕੋਮਲ ਸਰੀਰਾਂ ਦੇ ਉੱਤੇ ਨਿਸ਼ਾਨ ਤੱਕ ਪੈ ਗਏ। ਮਤਲਬ ਪਹਿਲੇ ਦਿਨ ਉਹਨਾਂ ਨੇ ਬੱਚਿਆਂ ਦੇ ਉੱਤੇ ਸਰੀਰਕ ਤਸ਼ੱਦਦ ਕਰਕੇ ਮਾਤਾ ਜੀ ਕੋਲ ਵਾਪਸ ਭੇਜਿਆ। ਹੁਣ ਮਾਤਾ ਜੀ ਉਸ ਸਰੀਰ ਤੇ ਪਏ ਨਿਸ਼ਾਨਾਂ ਨੂੰ ਦੇਖਦੇ ਨੇ, ਜੀ ਠੀਕ ਹੈ, ਤੇ ਬੱਚਿਆਂ ਨੂੰ ਹੌਸਲਾ ਬਣਾਉਂਦੇ ਨੇ, ਦੱਸਦੇ ਨੇ ਕਿ ਬੱਚਿਓ ਆਪਣਾ ਇਤਿਹਾਸ ਦੇਖੋ ਵੀ ਕਿੰਨਾ ਮਹਾਨ ਹੈ, ਸਾਡੇ ਉੱਤੇ ਕੋਈ ਜ਼ਿੰਮੇਵਾਰੀ ਆ ਤੇ ਅਸੀਂ ਅਡੋਲ ਰਹਿਣਾ, ਇਸ ਅਵਸਥਾ ਵਿੱਚ ਡੋਲਣਾ ਨਹੀਂ। ਐਦਾਂ ਦੀ ਜਿਹੜੀ ਗੱਲਾਂ ਉਹਦੇ 'ਚ ਕੀਤੀਆਂ ਗਈਆਂ। ਹੋਰ ਵੀ ਬਹੁਤ ਗੱਲਾਂ ਨੇ ਜਿਹੜੀਆਂ ਆਪਾਂ ਆਪਣੀ ਗੱਲਬਾਤ ਨਾਲ ਕਰਾਂਗੇ ਜੀ। ਇਹ ਚੀਜ਼ ਕਿ ਇੱਕ ਬਹੁਤ ਬੜਾ ਇੱਕ ਕਸੌਟੀ ਸੀਗੀ ਜਿਹੜੀ ਜੀ। ਇੱਕ ਛੋਟੀਆਂ ਜਿੰਦਾਂ ਤੇ ਆ ਗਈ। ਜੀ ਜੀ ਤੇ ਜਦ ਜੀ ਇੱਕ ਤਾਂ ਇਹ ਹੋਇਆ ਕਿ ਤੇ ਫਿਰ ਉਹਨਾਂ ਦਾ ਜਿਹੜੀ ਆਪਾਂ ਦੇਖਦੇ ਆ ਜਦੋਂ ਸ਼ਹੀਦੀ ਹੁੰਦੀ ਆ ਉਹ ਕਿਸ ਤਰ੍ਹਾਂ ਹੁੰਦੀ ਆ, ਇਹ ਸਰੋਤ ਕੀ ਕਹਿੰਦੇ ਨੇ? ਇਹ ਸਰੋਤ ਇਹ ਕਹਿੰਦੇ ਆ ਕਿ ਜਦੋਂ ਪਹਿਲੇ ਦਿਨ ਤੂਤ ਦੀ ਛਟਿਆਂ ਨਾਲ ਕੁੱਟਿਆ ਜਾਂਦਾ ਹੈ, ਤਾਂ ਅਗਲੇ ਦਿਨ ਇਹ ਵੀ ਜ਼ਿਕਰ ਹੈਗਾ ਕਿ ਉਹਨਾਂ ਨੂੰ ਇੱਕ ਦਰਖਤ ਨਾਲ ਬੰਨ੍ਹ ਕੇ ਵੀ ਉਹਨਾਂ ਦੇ ਉੱਤੇ ਤਸ਼ੱਦਦ ਢਾਇਆ ਜਾਂਦਾ ਹੈ। ਜੀ। ਉਹਨਾਂ ਦੇ ਕਹਿ ਲਓ ਵੀ ਗੁਲੇਲੇ ਮਾਰੇ ਜਾਂਦੇ ਨੇ, ਇੱਥੇ ਤੱਕ ਲਿਖਿਆ ਹੋਇਆ, ਜੀ ਠੀਕ ਹੈ। ਕਿ ਹੁਣ ਇਹ ਗੱਲਾਂ ਅਸੀਂ ਕਿਤੇ ਸੁਣੀਆਂ ਨਹੀਂ, ਜਿਹੜੀਆਂ ਕਿਤੇ 'ਚ ਲਿਖੀਆਂ ਹੋਈਆਂ, ਜੀ ਇਹਨਾਂ ਦਾ ਕਿਤੇ ਜ਼ਿਕਰ ਨਹੀਂ ਆਇਆ, ਜਿੱਥੋਂ ਪਤਾ ਲੱਗਦਾ ਕਿ ਇਹ ਸਮਕਾਲੀ ਜੋ ਕਵੀ ਨੇ ਉਹਨਾਂ ਨੇ ਯਥਾਰਥ ਦੇ ਬਹੁਤ ਨੇੜੇ ਰਹਿ ਕੇ ਇਸ ਚੀਜ਼ ਨੂੰ ਲਿਖਿਆ। ਤੇ ਇੱਕ ਅਸੀਂ ਇਹ ਵੀ ਸੁਣਦੇ ਹਾਂ ਕਿ ਬਸ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ, ਪਰ ਜੇ ਇਹਨੂੰ ਅੱਗੇ ਦੇਖੀਏ ਤਾਂ ਇਹਦੇ 'ਚ ਲਿਖਿਆ ਗਿਆ ਕਿ ਜਦੋਂ ਕੰਧ ਉਹਨਾਂ ਦੇ ਮੋਢਿਆਂ ਤੱਕ ਆਉਂਦੀ ਹੈ ਤੇ ਉਦੋਂ ਮਤਲਬ ਬੱਚੇ ਬੇਹੋਸ਼ ਹੋ ਜਾਂਦੇ ਨੇ, ਕੰਧ ਡਿੱਗ ਜਾਂਦੀ ਹੈ। ਤੇ ਉਸ ਸਮੇਂ ਵੀ ਕਹਿੰਦੇ ਵੀ ਉਹਨਾਂ ਨੂੰ ਥੋੜ੍ਹਾ ਬਹੁਤਾ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈ। ਪੁੱਛਿਆ ਜਾਂਦਾ ਕਿ ਤੁਸੀਂ ਅਜੇ ਵੀ ਜੋ ਅਸੀਂ ਕਹਿੰਦੇ ਹਾਂ ਉਹ ਮੰਨ ਲਓ, ਇਸਲਾਮ ਕਬੂਲ ਕਰ ਲਓ, ਆਪਣਾ ਧਰਮ ਤਬਦੀਲ ਕਰ ਲਿਓ, ਪਰ ਸਾਹਿਬਜ਼ਾਦੇ ਉਹਨਾਂ ਦੀ ਈਨ ਨਹੀਂ ਮੰਨਦੇ। ਤਾਂ 2 ਜਲਾਦ ਜਿਨ੍ਹਾਂ ਨੂੰ ਕਿ ਇਹ ਕਹਿ ਕੇ ਕਿ ਤੁਹਾਡੀ ਕਿਸੇ ਮੁਕੱਦਮੇ ਵਿੱਚ ਜਿਹੜੀ ਸਜ਼ਾ ਮਾफ़ ਕਰ ਦਿੱਤੀ ਜਾਏਗੀ ਕਿ ਤੁਸੀਂ ਇਹ ਬੱਚਿਆਂ ਨੂੰ ਮੌਤ ਦੇ ਘਾਟ ਉਤਾਰੋ, ਤਾਂ ਦੱਸਿਆ ਜਾਂਦਾ ਹੈ ਕਿ ਬੱਚਿਆਂ ਨੂੰ ਜਾਨਵਰਾਂ ਦੇ ਵਾਂਗ ਢਾਹ ਕੇ ਤੇ ਉਹਨਾਂ ਦੇ ਜਿਹੜੇ ਸਿਰ ਹੈ ਉਹ ਕਲਮ ਕੀਤੇ ਗਏ, ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਮੁਸਲਮਾਨੀ ਤਰੀਕੇ ਦੇ ਨਾਲ ਉਹ ਹਲਾਲ ਕਰਦੇ ਨੇ, ਤਾਂ ਇੱਦਾਂ ਲਿਖਿਆ ਗਿਆ ਕਿ ਬੱਚਿਆਂ ਨੂੰ ਉੱਦਾਂ ਹਲਾਲ ਕੀਤਾ ਗਿਆ। ਸੋ ਇਹ ਜਿਹੜੀਆਂ ਘਟਨਾਵਾਂ ਨੇ ਇੰਨੇ ਵਿਸਥਾਰ ਦੇ ਨਾਲ ਜਦੋਂ ਇਸ ਸਰੋਤ 'ਚੋਂ ਮਿਲਦੀਆਂ, ਤਾਂ ਇਹ ਸਾਨੂੰ ਐਸੀਆਂ ਗੱਲਾਂ ਨਾਲ ਕਹਿ ਲਓ ਰੂਬਰੂ ਕਰਾਉਂਦੀਆਂ ਜਿਨ੍ਹਾਂ ਨੂੰ ਕੋਈ ਸੁਣਿਆ ਵੀ ਨਹੀਂ ਜਾ ਰਿਹਾ ਤੇ ਜਿਨ੍ਹਾਂ ਨੂੰ ਬੋਲਿਆ ਵੀ ਨਹੀਂ ਜਾ ਰਿਹਾ। ਸ਼ਾਇਦ ਉਹ ਚੀਜ਼ਾਂ ਬਹੁਤ ਭਾਵੁਕ ਵੀ ਕਰ ਦਿੰਦੀਆਂ ਨੇ। ਜਾਂ ਜੀ ਇੱਕ ਤਾਂ ਰਿਹਾ ਕਿ ਇਹ ਘਟਨਾ ਹੁੰਦੀ ਆ ਸਰਹੰਦ ਦੇ ਵਿੱਚ, ਤਾਂ ਆਲੇ ਦੁਆਲੇ ਦੇ ਕੁਛ ਲੋਕਾਂ ਜਿਹੜੇ ਲੋਕ ਸੀਗੇ ਜਾਂ ਕੁਛ ਕਿਰਦਾਰ ਉੱਭਰ ਕੇ ਆਉਂਦੇ ਨੇ, ਜੀ ਕੁਛ ਉਹਨਾਂ ਬਾਰੇ ਵੀ ਕੁਛ ਸਰੋਤ ਗੱਲ ਕਰ ਰਹੇ ਨੇ। ਹਾਂਜੀ, ਦੇਖੋ ਉਹਦੇ ਵਿੱਚ ਜ਼ਿਕਰ ਹੈਗਾ ਕਿ ਦੇਖੋ ਜ਼ਿਆਦਾਤਰ ਤਾਂ ਜੋ ਲੋਕ ਨੇ, ਜੇ ਅਸੀਂ ਅੱਜ ਵੀ ਦੇਖ ਲਈਏ ਤਾਂ ਜ਼ਿਆਦਾਤਰ ਲੋਕ ਤੇ ਤਮਾਸ਼ਬੀਨ ਹੁੰਦੇ ਆ। ਉਹ ਹਰ ਸਮੇਂ ਦੇ ਵਿੱਚ ਦੇਖ ਲਓ ਜ਼ਿਆਦਾਤਰ ਲੋਕ ਤਮਾਸ਼ਬੀਨ ਹੁੰਦੇ ਨੇ। ਬੜੇ ਥੋੜ੍ਹੇ ਲੋਕ ਹੁੰਦੇ ਨੇ ਜਿਹੜੇ ਕਿ ਆਪਣੀ ਜ਼ਮੀਰ ਦੀ, ਆਪਣੇ ਦਿਲ ਦੀ ਆਵਾਜ਼ ਸੁਣਦੇ ਨੇ ਤੇ ਉਹਦੇ 'ਤੇ ਪਹਿਰਾ ਵੀ ਦਿੰਦੇ ਨੇ, ਅਮਲ ਵੀ ਕਰਦੇ ਨੇ। ਉਹਨਾਂ ਵਿੱਚੋਂ ਜੇ ਮੈਂ ਗੱਲ ਕਰਾਂ ਤਾਂ ਜਦੋਂ ਬਾਬਾ ਮੋਤੀ ਰਾਮ ਮਹਿਰਾ ਨੂੰ ਪਤਾ ਲੱਗਦਾ ਕਿ ਮਾਤਾ ਜੀ ਤੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਇਸ ਹਾਲਤ ਵਿੱਚ ਰੱਖਿਆ ਗਿਆ, ਤਾਂ ਭਾਵੇਂ ਕਿ ਉਸ ਮਾਹੌਲ ਦੇ ਵਿੱਚ ਇਹ ਮੁਨਿਆਦੀ ਕਰਵਾਈ ਗਈ ਸੀ ਸੂਬਾ ਸਰਹੰਦ ਵੱਲੋਂ ਕਿ ਜੇ ਕੋਈ ਇਹਨਾਂ ਦੀ ਮਦਦ ਕਰੇਗਾ ਤਾਂ ਉਸ ਦੇ ਪਰਿਵਾਰ ਨਾਲ ਵੀ ਬਹੁਤ
ਵਧੀਕੀ ਕੀਤੀ ਜਾਏਗੀ, ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਹ ਸਾਰਾ ਕੁਝ ਹੁੰਦੇ ਹੋਏ ਵੀ ਬਾਬਾ ਮੋਤੀ ਰਾਮ ਮਹਿਰਾ ਦੁੱਧ ਦੀ ਸੇਵਾ ਕਰਦੇ ਰਹੇ ਨੇ, ਹੂੰ ਕਿਉਂਕਿ ਉਹਨਾਂ ਦੀ ਡਿਊਟੀ ਲੰਗਰ ਵਿੱਚ ਹੀ ਦੱਸੀ ਜਾਂਦੀ ਹੈ ਕਿ ਉਹ ਲੰਗਰ ਦੇ ਵਿੱਚ ਉੱਥੇ ਡਿਊਟੀ ਕਰਦੇ ਸੀ। ਤੇ ਉਹਨਾਂ ਨੇ ਪਹਿਰੇਦਾਰ ਨੂੰ ਕੋਈ ਮੋਹਰਾਂ ਦੀ ਰਾਸ਼ੀ ਦੇ ਕੇ ਦੁੱਧ ਦੀ ਸੇਵਾ ਨਿਭਾਈ। ਪਿੱਛੋਂ ਉਹਨਾਂ ਦੇ ਪਰਿਵਾਰ ਨੂੰ ਕੋਹਲੂ ਪੀੜ ਦਿੱਤਾ ਗਿਆ, ਇਹ ਅਸੀਂ ਸਾਰਿਆਂ ਨੇ ਸੁਣਿਆ। ਅੱਜ ਸਥਾਨ ਵੀ ਉੱਥੇ ਸੁਭਾਇਮਾਨ ਹੈ। ਜੀ ਇਸ ਤਰ੍ਹਾਂ ਹੀ ਮੁਗਲ ਪਰਿਵਾਰ ਦੇ ਵਿੱਚੋਂ ਹੀ ਜਿਹੜੇ ਸ਼ੇਰ ਮੁਹੰਮਦ ਖਾਨ, ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ। ਇਹ ਵੀ ਸਾਰੀ ਸੰਗਤ ਜਾਣਦੀ ਹੈ ਕਿ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਇਹ ਉਹੀ ਬੱਚੇ ਨੇ ਜਿਨ੍ਹਾਂ ਦੇ ਪਿਤਾ ਨੇ ਤੁਹਾਡੇ ਪਰਿਵਾਰ ਦੇ ਕਈ ਜੀਆਂ ਨੂੰ ਕਤਲ ਕੀਤਾ ਜੰਗ ਦੇ ਵਿੱਚ, ਤੁਸੀਂ ਆਪਣਾ ਬਦਲਾ ਲੈ ਸਕਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਮੈਂ ਉਸ ਦਾ ਬਦਲਾ ਇਹਨਾਂ ਦੇ ਬਾਪ ਤੋਂ ਹੀ ਲਵਾਂਗਾ, ਬੱਚਿਆਂ ਤੋਂ ਨਹੀਂ ਲਵਾਂਗਾ। ਤੇ ਉਹਨੇ ਇਹ ਵੀ ਕਿਹਾ ਕਿ ਤੁਹਾਨੂੰ ਇਹ ਜ਼ੁਲਮ ਇਹਨਾਂ ਤੇ ਨਹੀਂ ਢਾਉਣਾ ਚਾਹੀਦਾ। ਤੇ ਜਦੋਂ ਉਹਦੀ ਗੱਲ ਨਹੀਂ ਮੰਨੇਗੀ ਤਾਂ ਫਿਰ ਉਹ ਸਭਾ ਛੱਡ ਕੇ ਚਲਾ ਜਾਂਦਾ। ਤੇ ਦੇਖੋ, ਇਹ ਅਸੀਂ ਚੀਜ਼ਾਂ ਜਦੋਂ ਦੇਖਦੇ ਹਾਂ ਕਿ ਇਹਦੇ ਨਾਲ ਹੀ ਇੱਕ ਹੋਰ ਵੀ ਪਾਤਰ ਹੈ ਜਿਹਨੂੰ ਆਪਾਂ ਸੁੱਚਾਨੰਦ ਕਰਕੇ ਜਾਣਦੇ ਹਾਂ, ਕਿ ਜਦੋਂ ਕਾਜ਼ੀ ਨੂੰ ਇਹ ਕਿਹਾ ਜਾਂਦਾ ਵੀ ਇਹਨਾਂ ਨੂੰ ਕੋਈ ਸਜ਼ਾ ਦੇਣੀ ਹੈ, ਤਾਂ ਕਾਜ਼ੀ ਉੱਥੇ ਬੋਲ ਕੇ ਦੱਸਦਾ ਕਿ ਸ਼ਰ੍ਹਾ ਨਹੀਂ ਕਹਿੰਦੀ। ਸ਼ਰ੍ਹਾ ਕਹਿੰਦੀ ਹੈ ਕਿ ਮਾਸੂਮ ਬੱਚਿਆਂ ਤੇ, ਔਰਤ ਤੇ, ਬਜ਼ੁਰਗ ਦੇ ਉੱਤੇ ਅਸੀਂ ਕੋਈ ਐਦਾਂ ਦੀ ਸਜ਼ਾ, ਕੋਈ ਫਤਵਾ ਨਹੀਂ ਸੁਣਾ ਸਕਦੇ। ਤੇ ਪਰ ਸੁੱਚਾਨੰਦ ਆਪਣੀ ਕਹਿ ਲਓ ਵੀ ਇੱਕ ਸਾਖ ਨੂੰ ਬਚਾਉਣ ਦੇ ਲਈ, ਜਾਂ ਉਸ ਸਮੇਂ ਇਹਨਾਂ ਨੂੰ ਇੱਕ ਬਾਗੀ ਕਰਦਾਨਣ ਦੇ ਲਈ, ਉਹ ਇਸ ਤਰ੍ਹਾਂ ਦੇ ਸਵਾਲ ਕਰਦਾ ਹੈ ਕਿ ਬੱਚਿਓ, ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ? ਤਾਂ ਚੜ੍ਹਦੀ ਕਲਾ ਦੇ ਵਿੱਚ ਸਾਹਿਬਜ਼ਾਦੇ ਜਵਾਬ ਦਿੰਦੇ ਨੇ ਕਿ ਅਸੀਂ ਜਾਵਾਂਗੇ, ਠੀਕ ਹੈ, ਫੌਜਾਂ ਤਿਆਰ ਕਰਾਂਗੇ ਤੇ ਸੂਬੇ ਸਰਹੰਦ 'ਤੇ ਹਮਲਾ ਕਰਾਂਗੇ। ਉਹ ਕਹਿੰਦੇ ਜੇ ਤੁਹਾਨੂੰ ਫੇਰ ਫੜ ਲਿਆ, ਫੇਰ ਛੱਡ ਦਿੱਤਾ, ਕੀ ਕਰੋਗੇ? ਉਹ ਕਹਿੰਦੇ ਜਿੰਨਾ ਚਿਰ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਜਾਂ ਇਸ ਰਾਜ ਦੀਆਂ ਜੜ੍ਹਾਂ ਨਹੀਂ ਪੁੱਟ ਹੁੰਦੀਆਂ, ਉਨਾ ਚਿਰ ਅਸੀਂ ਇਹ ਜਿਹੜਾ ਸੰਘਰਸ਼ ਹੈ ਉਹ ਜਾਰੀ ਰੱਖਾਂਗੇ। ਤਾਂ ਜਦੋਂ ਇਹ ਐਦਾਂ ਦਾ ਮਾਹੌਲ ਬਣਿਆ ਤਾਂ ਉੱਥੇ ਕਹਿੰਦੇ ਦਰਬਾਰ ਦੇ ਵਿੱਚ ਬਾਗੀ ਦੀਆਂ ਆਵਾਜ਼ਾਂ ਆਉਣ ਲੱਗੀਆਂ। ਸੋਚਿਆ ਉਹਨਾਂ ਦੇ ਇੱਕ ਤਰ੍ਹਾਂ ਉਹਨੂੰ ਬਲਦੀ ਤੇ ਤੇਲ ਪਾਇਆ ਜੀ। ਚਲੋ ਇਹ ਕਹਾਣੀ ਤਾਂ ਆਪਣੇ ਕੋਲ ਆਉਂਦੀ ਆ। ਹਾਂਜੀ, ਇਹਦਾ ਜ਼ਿਕਰ ਹੈਗਾ ਜੀ। ਅੱਛਾ ਆਜ਼ਾਦ ਜੀ, ਕੁਛ ਇੱਕ ਹੋਰ ਕਿਰਦਾਰ ਉੱਭਰ ਕੇ ਆਉਂਦਾ ਜਿਹਨੂੰ ਟੋਡਰ ਮੱਲ ਕਿਹਾ ਜਾਂਦਾ, ਜਿਹੜਾ ਕਿ ਬਹੁਤ ਸਾਰਥਿਕ ਭੂਮਿਕਾ ਨਿਭਾਉਂਦਾ। ਹਾਂਜੀ, ਉਹਦੇ ਜਾ ਕੇ ਅੱਗੇ ਜਾਂ ਉਹਦੇ ਬਾਰੇ ਸਰੋਤ ਕੋਈ ਗੱਲ ਕਰ ਰਹੇ ਨੇ? ਹਾਂਜੀ, ਇਹਦੇ ਬਾਰੇ ਇਹ ਦੱਸਿਆ ਜਾਂਦਾ, ਜਿਵੇਂ ਕਿ ਸਾਰੇ ਜਾਣਦੇ ਹੀ ਹਾਂ, ਕਿ ਦੀਵਾਨ ਟੋਡਰ ਮੱਲ ਜੀ ਨੇ ਸੰਸਕਾਰ ਵਾਸਤੇ ਜਿਹੜੀ ਜਗ੍ਹਾ ਹੈ ਉਹ ਮੋਹਰਾਂ ਖੜੀਆਂ ਕਰਕੇ ਲਈ ਤੇ ਇਹਨਾਂ ਸਰੀਰਾਂ ਦੇ ਸੰਸਕਾਰ ਵੀ ਕੀਤੇ। ਤੇ ਅੱਜ ਅਸੀਂ ਦੇਖ ਸਕਦੇ ਹਾਂ ਕਿ ਉਸ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਦੀ ਜਿਹੜੀ ਹਵੇਲੀ ਹੈ ਉਹ ਵੀ ਮੌਜੂਦ ਹੈ। ਦੇਖੋ, ਉਹ ਹਵੇਲੀ ਦੀ ਹਾਲਤ ਇਹ ਦੱਸਦੀ ਹੈ ਕਿ ਉਹਨਾਂ ਨੇ ਆਪਣਾ ਸਾਰਾ ਕੁਝ ਹੀ ਲੁਟਾ ਦਿੱਤਾ। ਠੀਕ ਹੈ, ਜੇ ਉਹ ਵੀ ਹੋਰਨਾਂ ਲੋਕਾਂ ਵਾਂਗ ਅੱਖਾਂ ਬੰਦ ਕਰ ਲੈਂਦੇ ਜਾਂ ਇਸ ਗੱਲ ਨੂੰ ਇਗਨੋਰ ਕਰ ਦਿੰਦੇ ਤਾਂ ਉਹ ਇਸ ਹਾਲਤ ਵਿੱਚ ਸ਼ਾਇਦ ਨਾ ਹੁੰਦੇ। ਤੇ ਇੱਥੇ ਤੱਕ ਵੀ ਮਤਲਬ ਜ਼ਿਕਰ ਹੈ ਜਾਂ ਅਸੀਂ ਸੁਣਿਆ ਵੀ ਹੈਗਾ ਕਿ ਉਹਨਾਂ ਦੇ ਵੰਸ਼ ਦੇ ਵਿੱਚੋਂ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਤੇ ਸਮਰਾਲਾ ਸ਼ਹਿਰ ਵਿਖੇ ਵੀ ਉਹਨਾਂ ਦੇ ਵੰਸ਼ਜ ਕੁਛ ਰਹਿੰਦੇ ਨੇ ਜੀ। ਅੱਛਾ ਜੀ, ਇਹ ਰਿਹਾ ਕਿ ਕੁਛ ਭੂਮਿਕਾ ਨਿਭਾਉਂਦੇ ਨੇ ਸਾਰਥਕ ਕੋਈ। ਮੇਰੇ ਖਿਆਲ ਜੇ ਵੀ ਹੋ ਜਾਂਦਾ ਕਿ ਧਰਮ ਤੋਂ ਉੱਠ ਕੇ ਉੱਪਰ ਵੀ ਲੋਕ ਮਨੁੱਖਤਾ ਲਈ ਵੀ ਹਾਂ ਦਾ ਨਾਅਰਾ, ਬਿਲਕੁਲ, ਉਹ ਕਿਸੇ ਵੀ ਧਰਮ ਦਾ ਹੋਵੇ ਜਾਂ ਨਹੀਂ, ਬਿਲਕੁਲ, ਕਿਉਂਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਜੀ ਤੁਸੀਂ ਇੱਥੇ ਆਏ, ਇਹਦੇ ਲਈ ਬਹੁਤ ਜ਼ਿਆਦਾ ਧੰਨਵਾਦ, ਕਿਉਂਕਿ ਇਹ ਵਿਸ਼ਾ ਹੀ ਇਹੋ ਜਿਹਾ ਸੀਗਾ ਕਿ ਜਦ ਵੀ ਇਸ ਵਿਸ਼ੇ ਦੇ ਵਿੱਚੋਂ ਲੰਘਣਾ ਹੋਵੇ ਤਾਂ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਜੀ। ਤਾਂ ਸਾਡੀ ਇਹ ਕੋਸ਼ਿਸ਼ ਸੀਗੀ ਕਿ ਅਸੀਂ ਵੀ ਇੱਕ ਵੱਡੇ ਸ਼ਹੀਦੀ ਸਾਕੇ ਲਈ ਕੁਛ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ। ਤੇ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ।